ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਲਾਸ 8th ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਬਜੈਕਟ ਕੰਪਿਊਟਰ ਸਾਇੰਸ ਦੇ ਚੈਪਟਰ ਨੰਬਰ 1 ਦੀ, ਜਿਸ ਦਾ ਨਾਮ ਹੈ ਟਾਈਪਿੰਗ ਟਿਊਟਰ ਪੰਜਾਬੀ। ਜਿਸ ਤੋਂ ਭਾਵ ਕਿ ਕਿਵੇਂ ਅਸੀਂ ਆਪਣੇ MS ਵਰਡ ਜਾਂ ਕਿਸੇ ਵੀ ਵਰਡ ਪ੍ਰੋਸੈਸਰ ਦੇ ਵਿੱਚ ਪੰਜਾਬੀ ਵਿੱਚ ਟਾਈਪ ਕਰ ਸਕਦੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਅਨਮੋਲ ਲਿਪੀ ਫੌਂਟ ਦੀ ਗੱਲ ਕਰਾਂਗੇ, ਉਸ ਨੂੰ ਕਿਵੇਂ ਇੰਸਟਾਲ ਕੀਤਾ ਜਾਂਦਾ ਹੈ ਅਤੇ ਪੰਜਾਬੀ ਵਿੱਚ ਅਨਮੋਲ ਲਿਪੀ ਫੌਂਟ ਦੀ ਵਰਤੋਂ ਦੇ ਨਾਲ ਟਾਈਪਿੰਗ ਕਿਵੇਂ ਕੀਤੀ ਜਾਂਦੀ ਹੈ, ਕੀਬੋਰਡ ਦੇ ਉੱਤੇ ਉਂਗਲਾਂ ਦੀ ਸਥਿਤੀ ਕੀ ਹੁੰਦੀ ਹੈ, ਸਾਡਾ ਨੁਮੈਰਿਕ ਕੀਪੈਡ ਕੀ ਹੁੰਦਾ ਹੈ ਅਤੇ ਹੋਰ ਜਿੰਨੇ ਵੀ ਟੌਪਿਕ ਨੇ ਇਸ ਚੈਪਟਰ ਦੇ ਵਿੱਚ ਅਸੀਂ ਉਹਨਾਂ ਸਾਰੇ ਟੌਪਿਕਸ ਨੂੰ ਕਵਰ ਕਰਾਂਗੇ। ਸੋ ਵਿਦਿਆਰਥੀਓ, ਜਿਵੇਂ ਅਸੀਂ ਪੰਜਾਬੀ ਵਿੱਚ ਟਾਈਪ ਕਰਨਾ ਚਾਹੁੰਦੇ ਹਾਂ, ਤੁਸੀਂ ਦੇਖਦੇ ਹੋ ਕਿ ਤੁਹਾਡੇ ਕੀਬੋਰਡ ਦੇ ਉੱਤੇ ਜੋ ਕੀਜ਼ ਹੁੰਦੀਆਂ ਨੇ ਉਹਨਾਂ ਦੇ ਉੱਪਰ ਜੋ ਵੀ ਐਲਫਾਬੈਟਸ ਨੇ ਉਹ ਸਾਰੇ ਹੀ ਇੰਗਲਿਸ਼ ਭਾਸ਼ਾ ਦੇ ਵਿੱਚ ਲਿਖੇ ਹੁੰਦੇ ਹਨ। ਪਰ ਤੁਹਾਨੂੰ ਪੰਜਾਬੀ ਨੂੰ ਟਾਈਪ ਕਰਨ ਲਈ ਇੱਕ ਕੀ ਮੈਪ, ਜੋ ਅਸੀਂ ਇਸ ਵੀਡੀਓ ਵਿੱਚ ਗੱਲ ਕੀਤੀ ਹੈ, ਉਸ ਨੂੰ ਡਾਊਨਲੋਡ ਕਰਨਾ ਪਏਗਾ। ਉਸ ਨੂੰ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਅਤੇ ਉਹਨਾਂ ਕੀਜ਼ ਦੇ ਉੱਪਰ ਕਿਹੜੇ ਅੱਖਰ ਨੇ ਉਹਨਾਂ ਨੂੰ ਤੁਸੀਂ ਯਾਦ ਕਰੋਗੇ ਅਤੇ ਪ੍ਰੈਕਟਿਸ ਕਰਨ ਤੋਂ ਬਾਅਦ ਤੁਹਾਨੂੰ ਉਹ ਚੰਗੀ ਤਰ੍ਹਾਂ ਯਾਦ ਹੋ ਜਾਣਗੇ ਅਤੇ ਤੁਸੀਂ ਆਰਾਮ ਦੇ ਨਾਲ ਉਹਨਾਂ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਟਾਈਪ ਕਰ ਸਕਦੇ ਹੋ। ਜਿਵੇਂ ਅਸੀਂ MS ਵਰਡ ਦੀ ਵਿੰਡੋ ਨੂੰ ਓਪਨ ਕੀਤਾ ਹੋਇਆ ਹੈ, ਅਸੀਂ ਇਸ ਵਿੱਚ ਜਦੋਂ ਪੰਜਾਬੀ ਦੀ ਟਾਈਪਿੰਗ ਕਰਨੀ ਹੈ ਤਾਂ ਜਦੋਂ ਵੀ ਅਸੀਂ MS ਵਰਡ ਨੂੰ ਖੋਲ੍ਹਦੇ ਹਾਂ ਤਾਂ ਇਸ ਦਾ ਜੋ ਵੀ ਡਿਫਾਲਟ ਫੌਂਟ ਹੁੰਦਾ ਹੈ ਉਹੀ ਓਪਨ ਹੁੰਦਾ ਹੈ। ਅਗਰ ਅਸੀਂ ਹੁਣ ਕੁਝ ਟਾਈਪ ਕਰਦੇ ਹਾਂ ਤਾਂ ਉਹ ਇੰਗਲਿਸ਼ ਵਿੱਚ ਹੀ ਟਾਈਪ ਹੋਏਗਾ। ਪੰਜਾਬੀ ਵਿੱਚ ਟਾਈਪ ਕਰਨ ਲਈ ਤੁਹਾਨੂੰ ਕੀ ਕਰਨਾ ਪਏਗਾ? ਸਭ ਤੋਂ ਪਹਿਲਾਂ ਫੌਂਟ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਜਦੋਂ ਡਰੌਪ ਡਾਊਨ ਬਟਨ ਉੱਤੇ ਕਲਿੱਕ ਕਰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਵੱਖ-ਵੱਖ ਫੌਂਟਸ ਦੀ ਇੱਕ ਲਿਸਟ ਦਿਖਾਈ ਦੇਵੇਗੀ। ਉਸ ਵਿੱਚ ਤੁਸੀਂ ਅਨਮੋਲ ਲਿਪੀ ਨਾਂ ਦੇ ਫੌਂਟ ਉੱਪਰ ਕਲਿੱਕ ਕਰੋਗੇ ਤਾਂ ਤੁਹਾਡਾ ਜੋ ਹੁਣ ਫੌਂਟ ਹੈ, ਤੁਹਾਡੇ ਕੀਬੋਰਡ ਦੀ ਜੋ ਲੇਆਊਟ ਹੈ ਉਹ ਪੰਜਾਬੀ ਵਿੱਚ ਕਨਵਰਟ ਹੋ ਜਾਵੇਗੀ। ਹੁਣ ਤੁਸੀਂ ਆਪਣੇ ਕੀਬੋਰਡ ਤੋਂ ਕੁਝ ਵੀ ਟਾਈਪ ਕਰੋਗੇ ਤਾਂ ਉਹ ਪੰਜਾਬੀ ਵਿੱਚ ਹੀ ਟਾਈਪ ਹੋਵੇਗਾ। ਜਿਵੇਂ ਅਸੀਂ ਕੁਝ ਲਿਖਣਾ ਹੈ, ਅਸੀਂ ਲਿਖਦੇ ਹਾਂ ਪੰਜਾਬੀ, ਪੱਪਾ, ਪੱਪੇ ਤੇ ਟਿੱਪੀ, ਜਿੱਜੇ ਨੂੰ ਕੰਨਾ, ਬੱਬੇ ਨੂੰ ਬਿਹਾਰੀ, ਪੰਜਾਬੀ। ਜਿਵੇਂ ਅਸੀਂ ਪੰਜਾਬੀ ਵਰਡ ਨੂੰ ਟਾਈਪ ਕੀਤਾ ਤਾਂ ਭਾਵੇਂ ਸਾਡੇ ਕੀਬੋਰਡ ਦੇ ਉੱਪਰ ਜਿੰਨੀਆਂ ਕੀਜ਼ ਨੇ ਉਹਨਾਂ ਉੱਪਰ ਭਾਵੇਂ ਇੰਗਲਿਸ਼ ਵਿੱਚ ਐਲਫਾਬੈਟਸ ਪ੍ਰਿੰਟ ਹੋਏ ਨੇ, ਪਰ ਜਦੋਂ ਅਸੀਂ ਆਪਣੇ ਕੰਪਿਊਟਰ ਦੇ ਵਿੱਚ ਅਨਮੋਲ ਲਿਪੀ ਫੌਂਟ ਨੂੰ ਐਡ ਕਰ ਦਿੰਦੇ ਹਾਂ, ਇੰਸਟਾਲ ਕਰ ਦਿੰਦੇ ਹਾਂ, ਤਾਂ ਅਸੀਂ ਆਪਣੇ ਕੀਬੋਰਡ ਦੀ ਲੇਆਊਟ ਨੂੰ ਚੇਂਜ ਕਰ ਸਕਦੇ ਹਾਂ ਅਤੇ ਪੰਜਾਬੀ ਵਿੱਚ ਟਾਈਪ ਕਰ ਸਕਦੇ ਹਾਂ। ਜਿਵੇਂ ਅਸੀਂ ਕੁਝ ਹੋਰ ਲਿਖਣਾ ਚਾਹੁੰਦੇ ਹਾਂ, ਜਿਵੇਂ ਅਸੀਂ ਲਿਖਣਾ ਚਾਹੁੰਦੇ ਹਾਂ ਤੁਹਾਡਾ ਕੀ ਹਾਲ ਹੈ। ਸੋ ਤੁਹਾਡਾ ਲਿਖਣ ਲਈ ਸਾਨੂੰ ਪਹਿਲਾਂ ਕਿਊ ਕੀ ਨੂੰ ਪ੍ਰੈਸ ਕਰਨਾ ਪਏਗਾ। ਔਂਕੜ ਦੇ ਲਈ ਤੁਸੀਂ U ਪ੍ਰੈਸ ਕਰਦੇ ਹੋ, ਹਾਹੇ ਦੇ ਲਈ H, ਕੰਨੇ ਦੇ ਲਈ W ਅਤੇ ਡੱਡੇ ਦੇ ਲਈ ਤੁਸੀਂ F ਪ੍ਰੈਸ ਕਰਦੇ ਹੋ। ਉਸੇ ਤਰ੍ਹਾਂ K ਤੋਂ ਤੁਸੀਂ ਕੱਕਾ ਪ੍ਰੈਸ ਕਰੋਗੇ। ਉਸ ਦੇ ਨਾਲ ਬਿਹਾਰੀ ਪਾਉਣ ਲਈ ਸ਼ਿਫਟ ਦੇ ਨਾਲ ਤੁਸੀਂ I ਨੂੰ ਪ੍ਰੈਸ ਕਰੋਗੇ ਤਾਂ ਬਿਹਾਰੀ ਪਏਗੀ। ਅਗਰ ਤੁਸੀਂ ਸਿੰਪਲ I ਨੂੰ ਪ੍ਰੈਸ ਕਰਦੇ ਹੋ ਸ਼ਿਫਟ ਤੋਂ ਬਗੈਰ ਤਾਂ ਸਿਹਾਰੀ ਪਏਗੀ। ਤੁਹਾਡਾ ਕੀ ਹਾਲ ਹੈ। ਸੋ ਜਿਵੇਂ ਤੁਸੀਂ ਆਪਣੀ ਵੀਡੀਓ ਵਿੱਚ ਦੇਖ ਰਹੇ ਹੋ ਕਿ ਅਸੀਂ ਕੁਝ ਵੀ ਲਿਖ ਸਕਦੇ ਹਾਂ ਪੰਜਾਬੀ ਦੇ ਵਿੱਚ, ਸਿਰਫ ਫਰਕ ਕੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਵੀ ਤੁਸੀਂ ਕੀ ਨੂੰ ਪ੍ਰੈਸ ਕਰ ਰਹੇ ਹੋ ਉਸ ਤੋਂ ਕਿਹੜਾ ਅੱਖਰ ਪੈਣਾ ਹੈ। ਕੁਝ ਅੱਖਰ ਕੈਪਸ ਲੌਕ ਨੂੰ ਔਨ ਕਰਕੇ ਪੈਂਦੇ ਹਨ ਅਤੇ ਕੁਝ ਅੱਖਰ ਕੈਪਸ ਲੌਕ ਨੂੰ ਆਫ ਕਰਕੇ ਪੈਂਦੇ ਹਨ। ਯਾਦ ਕਰਨ ਦਾ ਵਧੀਆ ਤਰੀਕਾ ਕੀ ਹੈ ਕਿ ਜਿਸ ਤਰ੍ਹਾਂ ਦੀ ਵੀ ਸਾਊਂਡ ਤੁਹਾਡੇ ਪੰਜਾਬੀ ਵਾਲੇ ਅੱਖਰ ਦੀ ਹੁੰਦੀ ਹੈ, ਉਸੇ ਤਰ੍ਹਾਂ ਤੁਸੀਂ ਉਸ ਨਾਲ ਰਲਦੀ ਮਿਲਦੀ ਸਾਊਂਡ ਦੇ ਇੰਗਲਿਸ਼ ਵਾਲੇ ਅੱਖਰ ਨੂੰ ਪ੍ਰੈਸ ਕਰਦੇ ਹੋ ਤਾਂ ਤੁਹਾਡਾ ਜੋ ਪੰਜਾਬੀ ਵਾਲਾ ਅੱਖਰ ਹੈ ਉਹ ਟਾਈਪ ਹੋ ਜਾਂਦਾ ਹੈ। ਜਿਵੇਂ P ਸਾਊਂਡ ਪੱਪੇ ਨਾਲ ਮੈਚ ਕਰਦੀ ਹੈ ਅਤੇ ਅਸੀਂ ਸ਼ਿਫਟ ਤੋਂ ਬਗੈਰ ਅਗਰ P ਪ੍ਰੈਸ ਕਰਦੇ ਹਾਂ ਤਾਂ ਪੱਪਾ ਪਏਗਾ। ਹੁਣ ਪੱਪੇ ਦੇ ਨਾਲ ਨੈਕਸਟ ਜੋ ਅੱਖਰ ਹੁੰਦਾ ਹੈ ਫੱਫਾ, ਅਤੇ ਅਗਰ ਤੁਸੀਂ ਸ਼ਿਫਟ ਪ੍ਰੈਸ ਕਰਕੇ P ਪ੍ਰੈਸ ਕਰੋਗੇ ਤਾਂ ਫੱਫਾ ਪਏਗਾ। ਉਸੇ ਤਰ੍ਹਾਂ ਜਿਵੇਂ ਤੱਤਾ ਥੱਥਾ, ਕੱਕਾ ਖੱਖਾ, ਜਿੱਜਾ ਝਿੱਜਾ, ਟੈਂਕਾ ਠੱਠਾ, ਇੱਦਾਂ ਵੱਖ-ਵੱਖ ਅੱਖਰ ਨੇ। ਹਰ ਕੀ ਦੇ ਉੱਪਰ 2 ਅੱਖਰ ਨੇ। ਤੁਸੀਂ ਸ਼ਿਫਟ ਦੀ ਮਦਦ ਦੇ ਨਾਲ ਵੀ ਅੱਖਰ ਪਾ ਸਕਦੇ ਹੋ ਅਤੇ ਸ਼ਿਫਟ ਤੋਂ ਬਗੈਰ ਵੀ ਅੱਖਰ ਪਾ ਸਕਦੇ ਹੋ। ਬਸ ਤੁਹਾਨੂੰ ਇਹਨਾਂ ਨੂੰ ਯਾਦ ਕਰਨਾ ਪਏਗਾ। ਸੋ ਇਹ ਸੀ MS ਵਰਡ ਦੇ ਵਿੱਚ ਤੁਸੀਂ ਪੰਜਾਬੀ ਦੀ ਟਾਈਪਿੰਗ ਕਿੱਦਾਂ ਕਰ ਸਕਦੇ ਹੋ। ਅਸੀਂ ਗੱਲ ਕਰਦੇ ਹਾਂ ਕਿ ਟੱਚ ਟਾਈਪਿੰਗ ਕੀ ਹੁੰਦੀ ਹੈ। ਸੋ ਬੱਚਿਓ, ਟੱਚ ਟਾਈਪਿੰਗ ਤੋਂ ਭਾਵ ਕਿ ਇੱਕ ਅਜਿਹਾ ਤਰੀਕਾ ਜਿਸ ਦੇ ਵਿੱਚ ਅਸੀਂ ਆਪਣੇ ਕੀਬੋਰਡ ਨੂੰ ਦੇਖਣ ਤੋਂ ਬਗੈਰ ਹੀ ਟਾਈਪ ਕਰਦੇ ਹਾਂ, ਜਿਸ ਵਿੱਚ ਸਾਡੀਆਂ ਉਂਗਲਾਂ ਵੱਖ-ਵੱਖ ਕੀਜ਼ ਨੂੰ ਪ੍ਰੈਸ ਕਰਦੀਆਂ ਹਨ। ਜਿਸ ਕੀਜ਼ ਨੂੰ ਵੀ ਅਸੀਂ ਪ੍ਰੈਸ ਕਰਨਾ ਹੁੰਦਾ ਹੈ, ਆਟੋਮੈਟਿਕਲੀ
ਸਾਡੀਆਂ ਜੋ ਉਂਗਲਾਂ ਨੇ ਉਸ ਕੀਜ਼ ਉੱਪਰ ਚਲੀਆਂ ਜਾਂਦੀਆਂ ਨੇ। ਟੱਚ ਟਾਈਪਿੰਗ ਤੁਸੀਂ ਤਾਂ ਹੀ ਕਰ ਸਕਦੇ ਹੋ ਅਗਰ ਤੁਸੀਂ ਕੀਬੋਰਡ ਦੇ ਉੱਪਰ ਟਾਈਪਿੰਗ ਦੀ ਜ਼ਿਆਦਾ ਪ੍ਰੈਕਟਿਸ ਕੀਤੀ ਹੁੰਦੀ ਹੈ। ਜਿੰਨਾ ਸਮਾਂ ਤੁਸੀਂ ਟਾਈਪਿੰਗ ਤੇ ਜ਼ਿਆਦਾ ਲਗਾਉਂਦੇ ਹੋ ਤੁਹਾਡੀ ਟਾਈਪਿੰਗ ਵਿੱਚ ਉਨੀ ਹੀ ਮੁਹਾਰਤ ਜ਼ਿਆਦਾ ਹੁੰਦੀ ਹੈ। ਟੱਚ ਟਾਈਪਿੰਗ ਕਰਨ ਲਈ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਉਂਗਲਾਂ ਅਤੇ ਅੰਗੂਠੇ ਦੀ ਵਰਤੋਂ ਕਰ ਸਕਦੇ ਹੋ ਟਾਈਪ ਕਰਨ ਲਈ। ਕੀਬੋਰਡ ਦੇ ਉੱਤੇ ਟੱਚ ਟਾਈਪਿੰਗ ਕਰਨ ਲਈ ਜਾਂ ਟਾਈਪਿੰਗ ਕਰਨ ਲਈ ਤੁਹਾਡੀ ਉਂਗਲਾਂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ? ਜਿਵੇਂ ਤੁਸੀਂ ਆਪਣੀ ਸਕਰੀਨ ਉੱਤੇ ਵੇਖ ਰਹੇ ਹੋ ਕਿ ਤੁਹਾਡੇ ਕੀਬੋਰਡ ਦੇ ਉੱਤੇ ਆਮ ਤੌਰ ਤੇ ਜੋ ਐਲਫਾਬੈਟਸ ਹੁੰਦੇ ਨੇ ਉਹਨਾਂ ਦੀਆਂ 3 ਰੋਜ਼ ਜਿਹੜੀਆਂ ਨੇ ਮੁੱਖ ਹੁੰਦੀਆਂ ਹਨ। ASDF ਵਾਲੀ ਜੋ ਰੋ ਹੁੰਦੀ ਹੈ ਉਸ ਨੂੰ ਅਸੀਂ ਹੋਮ ਰੋ ਬੋਲਦੇ ਹਾਂ ਅਤੇ ਜਦੋਂ ਵੀ ਤੁਸੀਂ ਟਾਈਪਿੰਗ ਕਰਦੇ ਹੋ ਤੁਹਾਡੇ ਹੱਥ ਦੀਆਂ ਜੋ ਉਂਗਲਾਂ ਨੇ ਸੱਜੇ ਅਤੇ ਖੱਬੇ ਹੱਥ ਦੀਆਂ ਜੋ ਉਂਗਲਾਂ ਨੇ ਉਹ ਤੁਹਾਡੀ ਹੋਮ ਰੋ ਦੇ ਉੱਪਰ ਹੀ ਹੋਣੀਆਂ ਚਾਹੀਦੀਆਂ ਨੇ। ਜਿਵੇਂ ਅਸੀਂ ਖੱਬੇ ਹੱਥ ਦੀ ਗੱਲ ਕਰਦੇ ਹਾਂ ਤਾਂ ਤੁਹਾਡੀ ਜਿਹੜੀ ਲਿਟਲ ਫਿੰਗਰ ਹੁੰਦੀ ਹੈ ਉਹ A ਦੇ ਉੱਪਰ ਹੋਵੇ, ਰਿੰਗ ਫਿੰਗਰ S ਦੇ ਉੱਪਰ ਹੋਵੇ, ਜੋ ਤੁਹਾਡੀ ਮਿਡਲ ਫਿੰਗਰ ਹੈ ਉਹ D ਅਤੇ ਫਸਟ ਜਿਹੜੀ ਫਿੰਗਰ ਹੈ ਜਿਹਨੂੰ ਅਸੀਂ ਇੰਡੈਕਸ ਫਿੰਗਰ ਬੋਲਦੇ ਹਾਂ ਉਹ F ਅਤੇ G ਤੇ ਬਾਰ-ਬਾਰ ਆ ਸਕਦੀ ਹੈ। ਉਸੇ ਤਰ੍ਹਾਂ ਸੱਜੇ ਹੱਥ ਦੀ ਜੋ ਛੋਟੀ ਉਂਗਲ ਹੈ ਉਹ ਸੈਮੀਕੋਲਨ ਦੇ ਉੱਪਰ ਹੋਣੀ ਚਾਹੀਦੀ ਹੈ, ਰਿੰਗ ਫਿੰਗਰ L ਦੇ ਉੱਪਰ, ਮਿਡਲ ਫਿੰਗਰ K ਦੇ ਉੱਪਰ ਅਤੇ ਇੰਡੈਕਸ ਫਿੰਗਰ ਤੁਹਾਡੀ ਪਹਿਲੀ ਫਿੰਗਰ J ਅਤੇ H ਉੱਤੇ ਬਾਰ-ਬਾਰ ਮੂਵ ਹੁੰਦੀ ਰਹੇਗੀ। ਇਹ ਸੀ ਤੁਹਾਡੀ ਹੋਮ ਰੋ ਦੇ ਉੱਤੇ ਉਂਗਲਾਂ ਦੀ ਸਥਿਤੀ। ਉਸ ਤੋਂ ਬਾਅਦ ਅਗਰ ਅਸੀਂ ਦੂਜੀ ਰੋ ਦੀ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਉੱਪਰ ਵਾਲੀ ਰੋ ਬੋਲਦੇ ਹਾਂ, ਹੋਮ ਰੋ ਤੋਂ ਉੱਪਰ ਵਾਲੀ ਰੋ, ਉਹਦੇ ਉੱਪਰ ਵੀ ਤੁਹਾਡੀਆਂ ਪਹਿਲੀਆਂ ਜੋ 4 ਉਂਗਲਾਂ ਨੇ ਉਹ QWERT ਖੱਬੇ ਹੱਥ ਦੀਆਂ ਅਤੇ ਸੱਜੇ ਹੱਥ ਦੀਆਂ POIU ਅਤੇ Y ਤੇ U ਨੂੰ ਉਹ ਬਾਰ-ਬਾਰ ਤੁਹਾਡੀ ਫਸਟ ਜੋ ਫਿੰਗਰ ਹੈ ਉਹ ਇੰਟਰਚੇਂਜ ਕਰੇਗੀ ਅਤੇ ਤੁਸੀਂ ਟਾਈਪਿੰਗ ਕਰ ਸਕਦੇ ਹੋ। ਜਦੋਂ ਵੀ ਤੁਸੀਂ ਉੱਪਰ ਵਾਲੀ ਰੋ ਦੇ ਵਿੱਚ ਟਾਈਪ ਕਰਦੇ ਹੋ ਤਾਂ ਕੀ ਨੂੰ ਪ੍ਰੈਸ ਕਰਨ ਤੋਂ ਬਾਅਦ ਤੁਹਾਡੀ ਜੋ ਵੀ ਉਂਗਲਾਂ ਦੀ ਪੋਜੀਸ਼ਨ ਹੁੰਦੀ ਹੈ ਉਹ ਹੋਮ ਰੋ ਦੇ ਉੱਪਰ ਦੁਬਾਰਾ ਆ ਜਾਂਦੀ ਹੈ। ਤੀਸਰੀ ਜੋ ਰੋ ਹੁੰਦੀ ਹੈ ਜਿਸ ਵਿੱਚ Z, X, C, V, B ਅਤੇ / ਡਾਟ, ਕੋਮਾ, M ਤੇ N ਜੋ ਸਾਡੀਆਂ ਕੀਜ਼ ਹੁੰਦੀਆਂ ਨੇ। ਜੋ ਸਾਡੀ ਛੋਟੀ ਉਂਗਲ ਹੁੰਦੀ ਹੈ ਉਸ ਨੂੰ ਅਸੀਂ ਖੱਬੇ ਹੱਥ ਵਾਲੀ ਸਾਈਡ ਤੋਂ Z ਉੱਪਰ ਰੱਖਦੇ ਹਾਂ, ਰਿੰਗ ਨੂੰ ਤੁਸੀਂ X ਉੱਪਰ ਰੱਖਦੇ ਹੋ, ਮਿਡਲ ਨੂੰ C ਦੇ ਉੱਪਰ ਅਤੇ ਇੰਡੈਕਸ ਫਿੰਗਰ ਨੂੰ V ਅਤੇ B ਦੇ ਉੱਪਰ। ਉਸੇ ਤਰ੍ਹਾਂ ਸੱਜੇ ਹੱਥ ਦੀ ਜੋ ਛੋਟੀ ਉਂਗਲ ਹੁੰਦੀ ਹੈ ਉਸ ਨੂੰ ਤੁਸੀਂ / ਦੇ ਉੱਪਰ ਰੱਖਦੇ ਹੋ, ਡਾਟ ਜਾਂ ਫੁੱਲ ਸਟਾਪ ਦੇ ਉੱਤੇ ਤੁਸੀਂ ਰਿੰਗ ਫਿੰਗਰ ਨੂੰ ਰੱਖਦੇ ਹੋ। ਮਿਡਲ ਤੁਹਾਡੀ ਜਿਹੜੀ ਫਿੰਗਰ ਹੁੰਦੀ ਹੈ ਉਹ ਕੋਮਾ ਦੇ ਉੱਤੇ ਹੁੰਦੀ ਹੈ ਤੇ ਪਹਿਲੀ ਜੋ ਫਿੰਗਰ ਹੈ ਸੱਜੇ ਹੱਥ ਦੀ ਉਹ M ਅਤੇ N ਦੇ ਉੱਤੇ ਬਾਰ-ਬਾਰ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ। ਅਤੇ ਜਦੋਂ ਵੀ ਤੁਸੀਂ ਤੀਜੀ ਰੋ ਦੀਆਂ ਕੀਜ਼ ਨੂੰ ਪ੍ਰੈਸ ਕਰਦੇ ਹੋ ਤੇ ਪ੍ਰੈਸ ਕਰਨ ਤੋਂ ਬਾਅਦ ਦੁਬਾਰਾ ਤੁਹਾਡੀਆਂ ਜੋ ਉਂਗਲਾਂ ਦੀ ਸਥਿਤੀ ਹੈ ਉਹ ਹੋਮ ਰੋ ਦੇ ਉੱਪਰ ਹੋਣੀ ਚਾਹੀਦੀ ਹੈ। ਅਤੇ ਤੁਹਾਡੇ ਕੀਬੋਰਡ ਦੀ ਜੋ ਸਪੇਸ ਬਾਰ ਹੈ ਤੁਸੀਂ ਅਗਰ ਉਸ ਨੂੰ ਪ੍ਰੈਸ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਆਪਣੇ ਦੋਨਾਂ ਹੱਥਾਂ ਦੇ ਕਿਸੇ ਵੀ ਇੱਕ ਅੰਗੂਠੇ ਦੀ ਵਰਤੋਂ ਲੈ ਸਕਦੇ ਹੋ। ਸੋ ਇਹ ਸੀ ਕਿ ਅਸੀਂ ਕਿਵੇਂ ਆਪਣੀਆਂ ਉਂਗਲਾਂ ਦੀ ਸਥਿਤੀ ਨੂੰ ਕੀਬੋਰਡ ਉੱਤੇ ਐਡਜਸਟ ਕਰ ਸਕਦੇ ਹਾਂ ਅਤੇ ਵਧੀਆ ਟਾਈਪਿੰਗ ਕਰ ਸਕਦੇ ਹਾਂ। ਅਗਰ ਤੁਸੀਂ ਟਾਈਪਿੰਗ ਦੇ ਵਿੱਚ ਜ਼ਿਆਦਾ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਰ-ਬਾਰ ਪ੍ਰੈਕਟਿਸ ਕਰਨੀ ਪਏਗੀ ਅਤੇ ਤੁਹਾਨੂੰ ਯਾਦ ਕਰਨਾ ਪਏਗਾ ਕਿ ਹੋਮ ਰੋ ਦੇ ਉੱਪਰ ਤੁਹਾਡੀ ਉਂਗਲਾਂ ਦੀ ਸਥਿਤੀ ਕੀ ਹੈ, ਤੁਸੀਂ ਕਿਹੜੇ ਬਟਨ ਨੂੰ ਪ੍ਰੈਸ ਕਰ ਰਹੇ ਹੋ, ਕਿਹੜੀ ਉਂਗਲ ਨੂੰ ਪ੍ਰੈਸ ਕੀਤਿਆਂ ਤੁਹਾਡਾ ਕਿਹੜਾ ਕੀ ਪ੍ਰੈਸ ਹੋਏਗੀ, ਤੁਹਾਡੀ ਪਹਿਲੀ ਰੋ ਦੇ ਵਿੱਚ ਤੁਹਾਡੀ ਉਂਗਲਾਂ ਦੀ ਸਥਿਤੀ ਕੀ ਹੈ, ਤੁਹਾਡੀ ਤੀਜੀ ਰੋ ਵਿੱਚ ਉਂਗਲਾਂ ਦੀ ਸਥਿਤੀ ਕੀ ਹੈ, ਇਹ ਤੁਹਾਨੂੰ ਪਹਿਲਾਂ ਯਾਦ ਕਰਨਾ ਪਏਗਾ। ਅਤੇ ਜਿੰਨਾ ਟਾਈਮ ਤੁਸੀਂ ਪ੍ਰੈਕਟਿਸ ਜ਼ਿਆਦਾ ਕਰੋਗੇ ਉਨੀ ਹੀ ਤੁਹਾਨੂੰ ਆਸਾਨੀ ਹੋਏਗੀ ਟਾਈਪਿੰਗ ਕਰਨ ਦੇ ਵਿੱਚ ਅਤੇ ਇਸ ਨਾਲ ਤੁਸੀਂ ਕੀਬੋਰਡ ਨੂੰ ਬਿਨਾਂ ਦੇਖਿਆਂ ਵਧੀਆ ਟਾਈਪ ਕਰ ਸਕਦੇ ਹੋ ਅਤੇ ਜ਼ਿਆਦਾ ਸਪੀਡ ਵੀ ਪ੍ਰਾਪਤ ਕਰ ਸਕਦੇ ਹੋ। ਉਸੇ ਤਰ੍ਹਾਂ ਕੀਬੋਰਡ ਉੱਪਰ ਇੱਕ ਨੂਮੈਰਿਕ ਪੈਡ ਹੁੰਦਾ ਹੈ। ਅਗਰ ਅਸੀਂ ਆਪਣੇ ਕੀਬੋਰਡ ਦੇ ਸੱਜੇ ਪਾਸੇ ਦੇਖਦੇ ਹਾਂ ਤਾਂ ਕੁਝ ਕੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ 0 ਤੋਂ ਲੈ ਕੇ 9 ਤੱਕ ਡਿਜਿਟ ਲਿਖੇ ਹੁੰਦੇ ਹਨ ਅਤੇ ਉਹਨਾਂ ਦੇ ਨਾਲ ਸਾਡੇ ਪਲੱਸ, ਮਾਈਨਸ, ਮਲਟੀਪਲਾਈ ਜਾਂ ਐਂਟਰ ਦਾ ਸਿੰਬਲ ਹੁੰਦਾ ਹੈ ਜਿਸ ਨੂੰ ਅਸੀਂ ਯੂਜ਼ ਕਰਦੇ ਹਾਂ। ਨੂਮੈਰਿਕ ਕੀਪੈਡ ਨੂੰ ਯੂਜ਼ ਕਰਨ ਲਈ ਵੀ ਤੁਹਾਡੇ ਹੱਥ ਦੀਆਂ ਸੱਜੇ ਹੱਥ ਦੀਆਂ ਜੋ ਉਂਗਲਾਂ ਨੇ ਉਹਨਾਂ ਦੀ ਸਥਿਤੀ ਕੀ ਹੁੰਦੀ ਹੈ, ਜੋ ਤੁਹਾਡਾ ਅੰਗੂਠਾ ਹੈ 0 ਤੇ ਹੋਣਾ ਚਾਹੀਦਾ ਹੈ। ਸੱਜੇ ਹੱਥ ਦੀ ਪਹਿਲੀ ਉਂਗਲ 4 ਕੀ ਦੇ ਉੱਤੇ, ਸੱਜੇ ਹੱਥ ਦੀ ਦੂਸਰੀ ਉਂਗਲ 5 ਕੀ ਦੇ ਉੱਤੇ ਅਤੇ ਜੋ ਤੀਸਰੀ ਉਂਗਲ ਹੁੰਦੀ ਹੈ ਉਸ ਨੂੰ ਅਸੀਂ 6 ਉੱਤੇ ਰੱਖਦੇ ਹਾਂ।
ਅਤੇ ਬਾਰ-ਬਾਰ ਇਹਨਾਂ ਉਂਗਲਾਂ ਨੂੰ ਯੂਜ਼ ਕਰਦੇ ਹਾਂ ਨੂਮੈਰਿਕ ਕੀਪੈਡ ਨੂੰ ਯੂਜ਼ ਕਰਨ ਲਈ। ਅੱਗੇ ਗੱਲ ਕਰਦੇ ਹਾਂ ਕਿ ਤੁਸੀਂ ਅਨਮੋਲ ਲਿਪੀ ਫੌਂਟ ਦੀ ਵਰਤੋਂ ਦੇ ਨਾਲ ਕਿਵੇਂ ਆਪਣੇ ਕੰਪਿਊਟਰ ਦੇ ਵਿੱਚ ਪੰਜਾਬੀ ਨੂੰ ਟਾਈਪ ਕਰ ਸਕਦੇ ਹੋ। ਸੋ ਜਿਵੇਂ ਤੁਸੀਂ ਆਪਣੇ ਕੀਬੋਰਡ ਦੇ ਉੱਪਰ ਦੇਖਦੇ ਹੋ, ਆਮ ਤੌਰ ਤੇ ਜਿੰਨੇ ਵੀ ਕੀਬੋਰਡ ਹੁੰਦੇ ਹਨ ਉਹਨਾਂ ਦੇ ਉੱਪਰ ਇੰਗਲਿਸ਼ ਦੇ ਅਲਫਾਬੈਟਸ ਲਿਖੇ ਹੁੰਦੇ ਹਨ। ਪਰ ਜੇ ਤੁਸੀਂ ਪੰਜਾਬੀ ਨੂੰ ਟਾਈਪ ਕਰਨਾ ਚਾਹੁੰਦੇ ਹੋ ਆਪਣੇ MS ਵਰਡ ਦੇ ਵਿੱਚ ਜਾਂ ਕਿਸੇ ਵੀ ਸੌਫਟਵੇਅਰ ਦੇ ਵਿੱਚ, ਅਗਰ ਤੁਸੀਂ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਦੇ ਵਿੱਚ ਅਨਮੋਲ ਲਿਪੀ ਨਾਂ ਦਾ ਇੱਕ ਫੌਂਟ ਐਡ ਕਰਨਾ ਪਏਗਾ, ਜਿਸ ਨੂੰ ਤੁਸੀਂ ਇੰਟਰਨੈਟ ਤੋਂ ਫ੍ਰੀ ਆਫ ਕਾਸਟ ਡਾਊਨਲੋਡ ਕਰ ਸਕਦੇ ਹੋ ਤੇ ਉਸ ਨੂੰ ਤੁਸੀਂ ਆਪਣੇ ਕੰਪਿਊਟਰ ਵਿੱਚ ਸਟੋਰ ਕਰ ਸਕਦੇ ਹੋ ਤੇ ਉਸ ਨੂੰ ਸੇਵ ਕਰ ਸਕਦੇ ਹੋ। ਸੋ ਟਾਈਪਿੰਗ ਕਰਨ ਲਈ ਤੁਹਾਡੇ ਕੋਲ ਇੱਕ ਵਧੀਆ ਤਰੀਕਾ ਇਹ ਹੋਏਗਾ ਕਿ ਜਾਂ ਤਾਂ ਤੁਸੀਂ ਸਕਰੀਨ ਉੱਤੇ ਲਿਖਿਆ ਜੋ ਇੱਕ ਤੁਹਾਨੂੰ ਕੀ ਮੈਪ ਦਿਖਾਈ ਦੇ ਰਿਹਾ ਹੈ, ਜਾਂ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਜਾਂ ਇਸ ਨੂੰ ਕਿਸੇ ਕਾਪੀ ਉੱਤੇ ਨੋਟ ਕਰ ਲਵੋ। ਸੋ ਟਾਈਪ ਕਰਨ ਲਈ ਅਗਰ ਤੁਸੀਂ ਇਸ ਕੀ ਮੈਪ ਨੂੰ ਗੂਗਲ ਤੇ ਜਾ ਕੇ ਅਨਮੋਲ ਲਿਪੀ ਕੀ ਮੈਪ ਕਰਕੇ ਸਰਚ ਕਰੋਗੇ, ਤੁਹਾਡੇ ਸਾਹਮਣੇ ਜੋ ਕੀ ਮੈਪ ਆਏਗਾ ਤੁਸੀਂ ਉਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ ਕਿ ਤੁਹਾਡੀਆਂ ਜੋ ਕੀਜ਼ ਨੇ ਤੁਸੀਂ ਕਿਹੜੀ ਕੀ ਪ੍ਰੈਸ ਕਰੋਗੇ ਅਤੇ ਉਸ ਦੀ ਜਗ੍ਹਾ ਦੇ ਉੱਤੇ ਕਿਹੜਾ ਅੱਖਰ ਹੈ ਉਹ ਟਾਈਪ ਹੋਏਗਾ। ਅਸੀਂ ਜਿਸ ਵੀ ਕੀ ਨੂੰ ਪ੍ਰੈਸ ਕਰਾਂਗੇ ਉਸ ਉੱਤੇ ਦੋ ਤਰ੍ਹਾਂ ਦੇ ਅੱਖਰ ਹੋਣਗੇ। ਜਿਵੇਂ ਅਸੀਂ ਕਿਊ ਦੀ ਗੱਲ ਕਰਦੇ ਹਾਂ ਤਾਂ ਕਿਊ ਦੇ ਉੱਤੇ ਤੱਤਾ ਅਤੇ ਥੱਥਾ ਦੋ ਅੱਖਰ ਹੋਣਗੇ। ਅਗਰ ਤੁਸੀਂ ਤੱਤਾ ਪਾਣਾ ਹੈ ਤਾਂ ਤੁਹਾਨੂੰ ਸਿੰਪਲ ਕੈਪਸ ਲੋਕ ਨੂੰ ਆਫ ਕਰਕੇ ਤੁਸੀਂ ਕਿਊ ਪ੍ਰੈਸ ਕਰੋਗੇ ਤੱਤਾ ਪਏਗਾ। ਅਗਰ ਤੁਸੀਂ ਸ਼ਿਫਟ ਪ੍ਰੈਸ ਕਰਕੇ ਕਿਊ ਪ੍ਰੈਸ ਕਰਦੇ ਹੋ ਜਾਂ ਕੈਪਸ ਲੋਕ ਔਨ ਕਰਕੇ ਕਿਊ ਪ੍ਰੈਸ ਕਰਦੇ ਹੋ ਤਾਂ ਥੱਥਾ ਪਏਗਾ। ਜਾਣੀ ਕਿ ਜਿੰਨੇ ਵੀ ਤੁਸੀਂ ਅੱਖਰ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ, ਹਰ ਕੀ ਦੇ ਉੱਪਰ ਦੋ ਅੱਖਰ ਨੇ, ਇੱਕ ਉੱਪਰ ਇੱਕ ਨੀਚੇ। ਜਿੰਨੇ ਵੀ ਉੱਪਰ ਵਾਲੇ ਅੱਖਰ ਨੇ ਉਹ ਸਾਰੇ ਹੀ ਅੱਖਰ ਕੈਪਸ ਲੋਕ ਔਨ ਕਰਕੇ ਲਿਖੇ ਜਾਣਗੇ ਜਾਂ ਉਹਨਾਂ ਨੂੰ ਲਿਖਣ ਲਈ ਸ਼ਿਫਟ ਨੂੰ ਪ੍ਰੈਸ ਕੀਤਾ ਜਾ ਸਕਦਾ ਹੈ ਅਤੇ ਨੀਚੇ ਵਾਲੇ ਅੱਖਰ ਕੈਪ ਲੋਕ ਨੂੰ ਬੰਦ ਕਰਕੇ ਆਫ ਕਰਕੇ ਅਸੀਂ ਲਿਖ ਸਕਦੇ ਹਾਂ। ਸੋ ਪਹਿਲਾਂ ਵਾਂਗ ਜਿੰਨੀ ਵੀ ਜ਼ਿਆਦਾ ਅਸੀਂ ਇਸ ਦੀ ਪ੍ਰੈਕਟਿਸ ਕਰਾਂਗੇ ਉਨਾ ਹੀ ਜ਼ਿਆਦਾ ਤੁਸੀਂ ਇਸ ਵਿੱਚ ਮੁਹਾਰਤ ਹਾਸਲ ਕਰਦੇ ਜਾਓਗੇ। ਸੋ ਅਨਮੋਲ ਲਿਪੀ ਨੂੰ ਟਾਈਪ ਕਰਨ ਲਈ ਸਟੈਪ ਫਿਰ ਮੈਂ ਰਿਪੀਟ ਕਰ ਦਿੰਦਾ ਹਾਂ ਕਿ ਸਭ ਤੋਂ ਪਹਿਲਾਂ ਕੀ ਹੈ ਕਿ ਤੁਹਾਨੂੰ ਆਪਣੇ ਕੰਪਿਊਟਰ ਦੇ ਵਿੱਚ ਅਨਮੋਲ ਲਿਪੀ ਫੌਂਟ ਨੂੰ ਇੰਸਟਾਲ ਕਰਨਾ ਪਏਗਾ, ਐਡ ਕਰਨਾ ਪਏਗਾ। ਐਡ ਤੁਸੀਂ ਕਿੱਥੋਂ ਕਰੋਗੇ? ਤੁਸੀਂ ਉਸ ਨੂੰ ਨੈੱਟ ਤੋਂ ਡਾਊਨਲੋਡ ਕਰੋਗੇ ਅਤੇ ਉਸ ਨੂੰ ਆਪਣੇ ਕੰਟਰੋਲ ਪੈਨਲ 'ਚ ਜਾ ਕੇ ਫੌਂਟ ਨਾਂ ਦੇ ਫੋਲਡਰ ਦੇ ਵਿੱਚ ਪੇਸਟ ਕਰ ਦਿਓਗੇ। ਉਹ ਤੁਹਾਡੇ ਕੰਪਿਊਟਰ ਵਿੱਚ ਐਡ ਹੋ ਜਾਵੇਗਾ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਵਰਡ ਪ੍ਰੋਸੈਸਰ ਨੂੰ ਓਪਨ ਕਰੋ, ਜਿਵੇਂ ਅਸੀਂ ਆਫਿਸ ਨੂੰ ਓਪਨ ਕਰਦੇ ਹਾਂ ਉਸ ਵਿੱਚ ਅਸੀਂ ਫੌਂਟ ਦੇ ਵਿੱਚ ਜਾ ਕੇ ਅਨਮੋਲ ਲਿਪੀ ਫੌਂਟ ਨੂੰ ਸਿਲੈਕਟ ਕਰਦੇ ਹਾਂ ਅਤੇ ਤੁਸੀਂ ਆਪਣੇ ਕੀਬੋਰਡ ਤੋਂ ਜੋ ਵੀ ਟਾਈਪ ਕਰੋਗੇ ਉਹ ਪੰਜਾਬੀ ਵਿੱਚ ਟਾਈਪ ਹੋਏਗਾ। ਅੱਗੇ ਗੱਲ ਕਰਦੇ ਹਾਂ ਕਿ ਟਾਈਪਿੰਗ ਦੀ ਸਪੀਡ ਨੂੰ ਅਸੀਂ ਕਿਵੇਂ ਵਧਾ ਸਕਦੇ ਹਾਂ। ਉਹ ਕਿਹੜੇ ਤਰੀਕੇ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਆਪਣੀ ਟਾਈਪਿੰਗ ਨੂੰ ਵਧੀਆ ਅਤੇ ਜ਼ਿਆਦਾ ਸਪੀਡ ਵਿੱਚ ਲਿਆ ਸਕਦੇ ਹਾਂ। ਸੋ ਕੁਝ ਹਦਾਇਤਾਂ ਜਾਂ ਕੁਝ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਉਹ ਗੱਲਾਂ ਕੀ ਨੇ ਕਿ ਨੰਬਰ 1, ਜੋ ਸਾਡੀਆਂ ਉਂਗਲਾਂ ਨੇ ਉਹ ਹਮੇਸ਼ਾ ਹੋਮ ਰੋ ਦੇ ਉੱਪਰ ਹੀ ਹੋਣੀਆਂ ਚਾਹੀਦੀਆਂ ਨੇ। ਜਦੋਂ ਵੀ ਤੁਸੀਂ ਕਿਸੇ ਹੋਰ ਕੀਜ਼ ਦੇ ਉੱਪਰ ਜਾਂਦੇ ਹੋ ਤਾਂ ਦੁਬਾਰਾ ਤੁਹਾਨੂੰ ਹੋਮ ਰੋ ਦੇ ਉੱਪਰ ਹੀ ਆਉਣਾ ਚਾਹੀਦਾ ਹੈ। ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ। ਅਗਰ ਤੁਸੀਂ ਉੱਪਰਲੀ ਰੋ ਦੇ ਉੱਪਰ ਟਾਈਪ ਕਰਦੇ ਹੋ ਜਾਂ ਉਹਨਾਂ ਕੀਜ਼ ਨੂੰ ਯੂਜ਼ ਕਰਦੇ ਹੋ ਤਾਂ ਕੀਜ਼ ਨੂੰ ਯੂਜ਼ ਕਰਨ ਤੋਂ ਬਾਅਦ ਦੁਬਾਰਾ ਤੁਸੀਂ ਹੋਮ ਰੋ ਦੇ ਉੱਪਰ ਆਪਣੀ ਉਂਗਲਾਂ ਦੀ ਪੋਜੀਸ਼ਨ ਨੂੰ ਲੈ ਕੇ ਆਓ। ਸਾਨੂੰ ਆਪਣਾ ਧਿਆਨ ਰਫ਼ਤਾਰ ਨਾਲੋਂ ਸਹੀ ਕੀ ਦਬਾਉਣ ਉੱਤੇ ਰੱਖਣਾ ਚਾਹੀਦਾ ਹੈ। ਰਫ਼ਤਾਰ ਤਾਂ ਹੀ ਹੋਏਗੀ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤੇ ਪ੍ਰੈਕਟਿਸ ਤਾਂ ਹੀ ਹੋਏਗੀ ਅਗਰ ਤੁਸੀਂ ਜੋ ਵੀ ਲਿਖ ਰਹੇ ਹੋ ਉਹ ਠੀਕ ਲਿਖੋਗੇ। ਟਾਈਪ ਕਰਦੇ ਸਮੇਂ ਕੀਬੋਰਡ ਉੱਤੇ ਨਹੀਂ ਦੇਖਣਾ ਚਾਹੀਦਾ। ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਕੁਝ ਹਦਾਇਤਾਂ ਨੇ ਜਾਂ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਟਾਈਪਿੰਗ ਵਿੱਚ ਮੁਹਾਰਤ ਹਾਸਲ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਕਿ ਟਾਈਪਿੰਗ ਕਰਦੇ ਸਮੇਂ ਸਾਡੇ ਬੈਠਣ ਦਾ ਸਹੀ ਆਸਣ, ਸਹੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਅਤੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਟਾਈਪਿੰਗ ਸਮੇਂ ਹੋਣ ਵਾਲੇ ਦਬਾਅ ਤੋਂ ਬਚ ਸਕਦੇ ਹਾਂ। ਨੰਬਰ 1, ਸਾਨੂੰ ਬਿਲਕੁਲ ਸਿੱਧਾ ਬੈਠਣਾ ਚਾਹੀਦਾ ਹੈ। ਤੁਹਾਡੇ ਲੱਕ ਦੀ ਜੋ ਪੋਜੀਸ਼ਨ ਹੋਣੀ ਚਾਹੀਦੀ ਹੈ ਬਿਲਕੁਲ 90 ਡਿਗਰੀ ਹੋਣੀ ਚਾਹੀਦੀ ਹੈ। ਨਾ ਤਾਂ ਤੁਸੀਂ ਜ਼ਿਆਦਾ ਅੱਗੇ ਹੋ ਕੇ ਬੈਠੋ ਅਤੇ ਨਾ ਹੀ ਜ਼ਿਆਦਾ ਪਿੱਛੇ ਹੋ ਕੇ ਬੈਠੋ। ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ। ਤੁਹਾਡਾ ਜੋ ਕੀਬੋਰਡ ਹੈ ਬਿਲਕੁਲ ਤੁਹਾਡੇ ਸਾਹਮਣੇ ਹੋਵੇ। ਵਧੀਆ ਹੈ ਕਿ ਤੁਸੀਂ ਕਿਸੇ
ਟੇਬਲ ਦੇ ਉੱਤੇ ਰੱਖ ਕੇ ਹੀ ਕੀਬੋਰਡ ਨੂੰ ਯੂਜ਼ ਕਰੋ। ਕਦੀ ਵੀ ਕੀਬੋਰਡ ਨੂੰ ਆਪਣੀ ਗੋਦੀ ਵਿੱਚ ਰੱਖ ਕੇ ਨਾ ਵਰਤਿਆ ਜਾਵੇ। ਸਾਡੇ ਜੋ ਪੈਰ ਨੇ ਉਹ ਜ਼ਮੀਨ ਉੱਤੇ ਬਿਲਕੁਲ ਸਿੱਧੇ ਹੋਣੇ ਚਾਹੀਦੇ ਹਨ। ਮੋਨੀਟਰ ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਹੋਣਾ ਚਾਹੀਦਾ ਹੈ, ਬਰਾਬਰ ਹੋਣਾ ਚਾਹੀਦਾ ਹੈ, ਨਾ ਤਾਂ ਜ਼ਿਆਦਾ ਉੱਪਰ ਹੋਣਾ ਚਾਹੀਦਾ ਹੈ ਅਤੇ ਨਾ ਹੀ ਉਹ ਜ਼ਿਆਦਾ ਨੀਚੇ ਹੋਣਾ ਚਾਹੀਦਾ ਹੈ। ਸਾਡੀ ਨਜ਼ਰ ਮੋਨੀਟਰ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ। ਸਾਨੂੰ ਕੀਜ਼ ਨੂੰ ਜਲਦੀ ਨਾਲ ਦਬਾ ਕੇ ਵਾਪਸ ਹੋਮ ਰੋ ਦੇ ਉੱਤੇ ਆਉਣਾ ਚਾਹੀਦਾ ਹੈ। ਇਹ ਕੁਝ ਇੱਕ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਟਾਈਪਿੰਗ ਕਰਦੇ ਸਮੇਂ ਵਧੀਆ ਤਰੀਕੇ ਨਾਲ ਟਾਈਪ ਕਰ ਸਕਦੇ ਹੋ। ਤੁਹਾਡਾ ਜੋ ਆਸਨ ਹੈ ਉਹ ਵੀ ਸਹੀ ਰਹੇਗਾ ਅਤੇ ਜੋ ਵੀ ਸਟ੍ਰੈਸ, ਜੋ ਵੀ ਦਬਾਅ ਹੈ ਜੋ ਟਾਈਪਿੰਗ ਸਮੇਂ ਦੌਰਾਨ ਤੁਹਾਡੇ ਉੱਤੇ ਪੈਂਦਾ ਹੈ ਉਹ ਵੀ ਘਟੇਗਾ। ਸੋ ਇਹ ਕੁਝ ਟੌਪਿਕ ਸਨ ਤੁਹਾਡੇ ਚੈਪਟਰ ਨੰਬਰ 1 ਦੇ 7ਵੀਂ ਜਮਾਤ ਦੇ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੇ ਚੈਪਟਰਸ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹ ਤੁਹਾਨੂੰ ਮਿਲ ਸਕਣ।